TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਦੁਨੀਆ ਦੇ ਸਭ ਤੋਂ ਖੁਸ਼ਹਾਲ ਮੁਲਕਾਂ ਵਿੱਚ ਪਹਿਲੇ ਸਥਾਨ ਤੇ ਫਿਨਲੈਂਡ ਅਤੇ ਭਾਰਤ ਦਾ ਸਥਾਨ ਪਾਕਿਸਤਾਨ ਤੋਂ ਪਿੱਛੇ। ਭਗਵੰਤ ਮਾਨ ਸਰਕਾਰ ਦਾ ਦੂਸਰਾ ਵੱਡਾ ਐਲਾਨ। ਮਾਨ ਦੀ ਕੈਬਨਿਟ ਵਿੱਚ 10 ਮੰਤਰੀ ਅੱਜ ਆਪਣੇ ਅਹੁਦਿਆਂ ਦੀ ਚੁੱਕਣਗੇ ਸਹੁੰ। ਆਪ ਹਰਭਜਨ ਚੱਡਾ ਅਤੇ ਪ੍ਰੋਫੈਸਰ ਪਾਠਕ ਨੂੰ ਰਾਜ ਸਭਾ ਵਿੱਚ ਕਰ ਸਕਦੀ ਹੈ ਨਾਮਜ਼ਦ। ਅਤੇ ਸੰਦੀਪ ਨੰਗਲ ਅੰਬੀਆਂ ਦਾ ਅੱਜ ਹੋਵੇਗਾ ਸੰਸਕਾਰ। ਦੋਸਤੋ, ਇਹ ਅਤੇ ਇਸ ਤੋਂ ਇਲਾਵਾ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਨੂੰ ਵਿਸਥਾਰ ਦੇ ਨਾਲ ਵਿਚਾਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਫਿਰ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਇਸ ਦੇ ਨਾਲ ਹੀ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਜਾਣਕਾਰੀਆਂ ਨੂੰ ਵਿਸਥਾਰ ਦੇ ਨਾਲ ਵਿਚਾਰੀਏ। ਸਭ ਤੋਂ ਪਹਿਲਾਂ ਇੱਕ ਅਹਿਮ ਅਤੇ ਇੱਕ ਖਾਸ ਰਿਪੋਰਟ ਹੈ ਜਿਸ ਦੇ ਵਿੱਚ ਭਾਰਤ ਕਿੱਥੇ ਖੜਾ ਹੈ, ਪਾਕਿਸਤਾਨ ਕਿੱਥੇ ਕਾ, ਕੈਨੇਡਾ, ਅਮਰੀਕਾ ਤੇ ਹੋਰ ਮੁਲਕ ਕਿੱਥੇ ਕਾ ਖੜੇ ਨੇ। ਦਰਅਸਲ ਸੰਯੁਕਤ ਰਾਸ਼ਟਰ ਦੀ ਇੱਕ ਐਨੂਅਲ ਹੈਪੀਨੈਸ ਇੰਡੈਕਸ ਰਿਪੋਰਟ ਆਈ ਹੈ। ਉਸ ਰਿਪੋਰਟ ਦੇ ਅਨੁਸਾਰ ਦੁਨੀਆ ਦੇ ਖੁਸ਼ਹਾਲ ਮੁਲਕਾਂ ਦੇ ਵਿੱਚੋਂ ਸਭ ਤੋਂ ਚੋਟੀ ਤੇ ਆ ਫਿਨਲੈਂਡ। ਫਿਨਲੈਂਡ ਲਗਾਤਾਰ 5ਵੇਂ ਸਾਲ ਦੁਨੀਆ ਤੋਂ ਸਭ ਤੋਂ ਖੁਸ਼ਹਾਲ ਮੁਲਕ ਚੁਣਿਆ ਗਿਆ, ਜਦੋਂ ਕਿ ਤਾਲਿਬਾਨੀ ਹਕੂਮਤ ਵਾਲਾ ਅਫਗਾਨਿਸਤਾਨ ਇਸ ਸੂਚੀ ਦੇ ਵਿੱਚ ਸਭ ਤੋਂ ਹੇਠਲੇ ਸਥਾਨ ਤੇ ਹੈ। ਫਿਨਲੈਂਡ ਤੋਂ ਬਾਅਦ ਡੈਨਮਾਰਕ, ਆਈਸਲੈਂਡ, ਸਵਿਟਜ਼ਰਲੈਂਡ ਅਤੇ ਨੀਦਰਲੈਂਡ, ਭਾਵ ਇਹ ਪਹਿਲੇ 5 ਸਥਾਨਾਂ ਤੇ ਮੁਲਕ ਨੇ। ਪਰ ਜੇਕਰ ਪਹਿਲੇ 10 ਮੁਲਕਾਂ ਤੇ ਨਜ਼ਰ ਮਾਰੀਏ ਤਾਂ 6ਵੇਂ ਸਥਾਨ ਤੇ ਲਗਜ਼ਮਬਰਗ, 7ਵੇਂ ਤੇ ਸਵੀਡਨ, 8ਵੇਂ ਤੇ ਨਾਰਵੇ, 9ਵੇਂ ਤੇ ਇਜ਼ਰਾਈਲ ਅਤੇ 10ਵੇਂ ਤੇ ਨਿਊਜ਼ੀਲੈਂਡ ਅਤੇ ਕੈਨੇਡਾ ਇਸ ਸੂਚੀ ਦੇ ਵਿੱਚ 15ਵੇਂ ਸਥਾਨ ਤੇ ਹੈ। ਅਮਰੀਕਾ ਇਸ ਸੂਚੀ ਦੇ ਵਿੱਚ 16ਵੇਂ ਸਥਾਨ ਤੇ ਹੈ। ਹੁਣ ਇਸ ਸੂਚੀ ਦੇ ਵਿੱਚ ਜੇਕਰ ਵੇਖਦੇ ਹਾਂ ਤਾਂ ਭਾਰਤ ਦਾ ਸਥਾਨ 136ਵਾਂ, ਜਦੋਂ ਕਿ ਪਿਛਲੇ ਵਰੇ ਇਸੇ ਸੂਚੀ ਦੇ ਵਿੱਚ ਭਾਰਤ 139ਵੇਂ ਸਥਾਨ ਤੇ ਸੀ। ਭਾਰਤ ਨੇ ਆਪਣੀ ਰੈਂਕਿੰਗ ਦੇ ਵਿੱਚ 3 ਅੰਕੜਿਆਂ ਦਾ ਸੁਧਾਰ ਕੀਤਾ ਹੈ, ਜਦੋਂ ਕਿ ਭਾਰਤ ਦਾ ਗੁਆਂਢੀ ਮੁਲਕ ਪਾਕਿਸਤਾਨ ਇਸ ਸੂਚੀ ਵਿੱਚ 121ਵੇਂ ਸਥਾਨ ਤੇ ਹੈ। ਦੱਸਣਾ ਬਣਦਾ ਕਿ ਵਰਲਡ ਹੈਪੀਨੈਸ ਰਿਪੋਰਟ ਬੀਤੇ 10 ਵਰਿਆਂ ਤੋਂ ਤਿਆਰ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਤਿਆਰ ਕਰਨ ਲਈ ਉੱਥੋਂ ਦੇ ਲੋਕਾਂ ਦੀ ਖੁਸ਼ੀ ਦਾ ਮੁਲਾਂਕਣ ਕਿਵੇਂ ਕੀਤਾ ਜਾਂਦਾ ਹੈ, ਉੱਥੋਂ ਦੀ ਆਰਥਿਕ ਸਥਿਤੀ ਦੇਖੀ ਜਾਂਦੀ ਹੈ, ਉਹਨਾਂ ਦੀ ਆਰਥਿਕ ਸਥਿਤੀ ਦੇਖੀ ਜਾਂਦੀ ਹੈ, ਉੱਥੋਂ ਦੀ ਸਮਾਜਿਕ ਸਥਿਤੀ ਤੇ ਸਰੋਕਾਰ ਦੇਖੇ ਜਾਂਦੇ ਹੈ। ਇਹ ਸੂਚੀ ਬੀਤੇ 3 ਵਰਿਆਂ ਤੋਂ ਜਿਹੜਾ ਡਾਟਾ ਉਹਨਾਂ ਕੋਲੇ ਇਕੱਤਰ ਹੁੰਦਾ ਉਹਦੇ ਆਧਾਰ ਤੇ ਤਿਆਰ ਕੀਤੀ ਜਾਂਦੀ ਹੈ। ਹਾਲਾਂਕਿ ਯੂਨਾਈਟਿਡ ਨੇਸ਼ਨ ਦੀ ਇਹ ਲੇਟੈਸਟ ਰਿਪੋਰਟ ਯੂਕਰੇਨ ਅਤੇ ਰੂਸ ਦੀ ਜਿਹੜੀ ਜੰਗ ਚੱਲ ਰਹੀ ਹੈ ਉਹਦੇ ਤੋਂ ਪਹਿਲਾਂ ਤਿਆਰ ਕਰ ਲਈ ਗਈ ਸੀ। ਇਸੇ ਕਰਕੇ ਜੰਗ ਨਾਲ ਜੂਝ ਰਹੇ ਰੂਸ ਅਤੇ ਯੂਕਰੇਨ ਦਾ ਇਹਦੇ ਵਿੱਚ ਨੰਬਰ ਜੇ ਆਪਾਂ ਵੇਖੀਏ ਤਾਂ ਯੂਕਰੇਨ 98ਵੇਂ ਸਥਾਨ ਤੇ ਹੈ ਅਤੇ ਰੂਸ ਇਸ ਸੂਚੀ ਦੇ ਵਿੱਚ 80ਵੇਂ ਸਥਾਨ ਤੇ ਸ਼ੁਮਾਰ ਹੈ। ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਲੈਬਨਾਨ ਦਾ ਨੰਬਰ ਇਸ ਦੇ ਵਿੱਚ 144ਵਾਂ, ਜਦਕਿ ਜ਼ਿੰਬਾਬਵੇ 143ਵੇਂ ਸਥਾਨ ਤੇ ਸ਼ੁਮਾਰ ਹੈ। ਸਮੁੱਚੀ ਸੂਚੀ ਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਸਰਬੀਆ, ਬੁਲਗਾਰੀਆ ਅਤੇ ਰੋਮਾਨੀਆ ਨੇ ਬਿਹਤਰ ਜੀਵਨ ਜਿਉਣ ਦੇ ਵਿੱਚ ਸਭ ਤੋਂ ਵੱਧ ਤਰੱਕੀ ਕੀਤੀ ਹੈ, ਜਦੋਂ ਕਿ ਲੈਬਨਾਨ, ਵੈਨਜ਼ੂਏਲਾ ਅਤੇ ਅਫਗਾਨਿਸਤਾਨ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਹੈ। ਜੇਕਰ ਹੁਣ ਪਹਿਲੇ 20 ਮੁਲਕ 1 ਤੋਂ ਲੈ ਕੇ 20 ਤੱਕ ਦੇਖਣੇ ਹੋਣ ਕਿ ਸਭ ਤੋਂ ਖੁਸ਼ਹਾਲ ਮੁਲਕ ਕਿਹੜੇ ਨੇ, ਤਾਂ ਉਹਨਾਂ ਦੇ ਵਿੱਚ ਸਭ ਤੋਂ ਪਹਿਲੇ ਸਥਾਨ ਤੇ ਫਿਨਲੈਂਡ, ਦੂਸਰੇ ਤੇ ਡੈਨਮਾਰਕ, ਤੀਸਰੇ ਤੇ ਆਈਸਲੈਂਡ, ਚੌਥੇ ਤੇ ਸਵਿਟਜ਼ਰਲੈਂਡ, 5ਵੇਂ ਤੇ ਨੀਦਰਲੈਂਡਸ, 6ਵੇਂ ਤੇ ਲਗਜ਼ਮਬਰਗ, 7ਵੇਂ ਤੇ ਸਵੀਡਨ, 8ਵੇਂ ਤੇ ਨਾਰਵੇ, 9ਵੇਂ ਤੇ ਇਜ਼ਰਾਈਲ, 10ਵੇਂ ਤੇ ਨਿਊਜ਼ੀਲੈਂਡ, 11ਵੇਂ ਤੇ ਆਸਟਰੀਆ, 12ਵੇਂ ਤੇ ਆਸਟ੍ਰੇਲੀਆ, 13ਵੇਂ ਤੇ ਆਇਰਲੈਂਡ, 14ਵੇਂ ਤੇ ਜਰਮਨੀ, 15ਵੇਂ ਤੇ ਕੈਨੇਡਾ, 16ਵੇਂ ਤੇ ਅਮਰੀਕਾ, 17ਵੇਂ ਤੇ ਬਰਤਾਨੀਆ, 18ਵੇਂ ਤੇ ਚੈੱਕ ਗਣਰਾਜ, 19ਵੇਂ ਤੇ ਬੈਲਜੀਅਮ ਅਤੇ ਇਸ ਸੂਚੀ ਦੇ ਵਿੱਚ 20ਵਾਂ ਸਥਾਨ ਫਰਾਂਸ ਦਾ ਹੈ। ਦੱਸਣਾ ਬਣਦਾ ਕਿ ਇਹ ਰਿਪੋਰਟ ਤਿਆਰ ਕਰਨ ਵਕਤ ਉੱਥੋਂ ਦਾ ਸੋਸ਼ਲ ਸਪੋਰਟ ਵਰਕ,
ਉੱਥੋਂ ਦੀ ਉਦਾਰਤਾ, ਸਰਕਾਰ ਦੇ ਵਿੱਚ ਇਮਾਨਦਾਰੀ, ਇਹ ਕੁਝ ਕੁ ਪਹਿਲੂਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਰਿਪੋਰਟ ਤਿਆਰ ਕੀਤੀ ਜਾਂਦੀ ਹੈ। ਪਰ ਭਾਰਤ ਸੱਚਮੁੱਚ ਬਹੁਤ ਪਿੱਛੇ ਤੁਰਿਆ ਫਿਰਦਾ ਹੈ ਹਾਲੇ। ਖੈਰ, ਅਗਲੀ ਜਿਹੜੀ ਖਬਰ ਹੈ ਸੱਚਮੁੱਚ ਕੁਝ ਕੁ ਖਬਰਾਂ ਦੇ ਵਿੱਚੋਂ ਜ਼ਿਆਦਾ ਮਹੱਤਵਪੂਰਨ ਖਬਰ ਹੈ। ਉਹਦਾ ਕਾਰਨ ਇਹ ਹੈ ਕਿ ਸਰਕਾਰ ਹਾਲੇ ਨਵੀਂ ਹੈ। ਸਰਕਾਰ ਤੋਂ ਲੋਕਾਂ ਨੂੰ ਪੰਜਾਬ ਦੇ ਵਿੱਚ ਉਮੀਦਾਂ ਬਹੁਤ ਨੇ। ਹਾਲਾਂਕਿ ਕੁਝ ਘੰਟੇ ਜਾਂ ਕੁਝ ਦਿਨ ਆਖ ਸਕਦੀਆਂ ਕਿ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਭਗਵੰਤ ਮਾਨ। ਉਹਨਾਂ ਦੀ ਸਰਕਾਰ ਹਾਲੇ ਪੜਾਅ ਦਰ ਪੜਾਅ ਸਹੁੰ ਚੁੱਕ ਰਹੀ ਹੈ। 2 ਦਿਨ ਪਹਿਲਾਂ ਚੁਣੇ ਗਏ ਵਿਧਾਇਕਾਂ ਨੇ ਸਹੁੰ ਚੁੱਕੀ ਹੈ ਅਤੇ ਅੱਜ ਉਹਨਾਂ ਦੇ ਮੰਤਰੀ ਮੰਡਲ ਦੇ ਵੀ ਸਾਰੇ ਮੰਤਰੀਆਂ ਨੇ ਨਹੀਂ, ਸਿਰਫ 10 ਮੰਤਰੀਆਂ ਨੇ ਸਹੁੰ ਚੁੱਕਣੀ ਹੈ। ਪਰ ਭਗਵੰਤ ਮਾਨ ਸਰਕਾਰ ਇਸ ਵਕਤ ਐਕਸ਼ਨ ਮੋਡ ਦੇ ਵਿੱਚ ਹੈ। ਲਗਾਤਾਰ ਐਕਸ਼ਨ ਤੇ ਠਾਹ ਐਕਸ਼ਨ ਕਰ ਰਹੇ ਨੇ। ਨਰਮਾ ਪੱਟੀ ਦੇ ਵਿੱਚ ਗੁਲਾਬੀ ਸੁੰਡੀ ਨੇ ਕਿਸਾਨਾਂ ਨੂੰ ਕਾਫੀ ਵੱਡੀ ਮਾਰ ਮਾਰੀ ਸੀ। ਬਹੁਤ ਸਾਰੇ ਕਿਸਾਨ ਹਾਲੇ ਮੁਆਵਜ਼ਾ ਰਾਸ਼ੀ ਤੋਂ ਵਾਂਝੇ ਸਨ। ਉਹਨਾਂ ਵਾਸਤੇ ਇੱਕ ਵੱਡੀ ਮੁਆਵਜ਼ਾ ਰਕਮ ਉਹਨਾਂ ਨੇ ਰਿਲੀਜ਼ ਕਰ ਦਿੱਤੀ ਹੈ ਤੇ ਉਹਦੇ ਤੋਂ ਬਾਅਦ ਹੁਣ ਜਿਹੜਾ ਸਭ ਤੋਂ ਵੱਡਾ ਮਾਰਕੇ ਵਾਲਾ ਕੰਮ ਉਹ ਕਰਨ ਜਾ ਰਹੇ ਨੇ ਤੇ ਬੂਰ ਪੈ ਸਕਦਾ ਆਸਾਂ ਨੂੰ ਪੰਜਾਬ ਦੇ ਲੋਕਾਂ ਦੀਆਂ ਨੂੰ, ਜੇਕਰ ਇਸੇ ਤਰੀਕੇ ਨਾਲ 5 ਸਾਲ ਸਰਕਾਰ ਚੱਲਦੀ ਰਹੀ ਤਾਂ। ਹੁਣ ਸਰਕਾਰ ਨੇ ਹਸਪਤਾਲਾਂ ਦੇ ਵੱਲ ਆਪਣਾ ਧਿਆਨ ਕੇਂਦਰਿਤ ਕਰ ਦਿੱਤਾ ਹੈ। ਮਾਨ ਸਰਕਾਰ ਨੇ ਸਿਹਤ ਵਿਭਾਗ ਨੂੰ ਤੁਰੰਤ ਕਾਰਗੁਜ਼ਾਰੀ ਸੁਧਾਰਨ ਦੇ ਵਾਸਤੇ ਆਖਿਆ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨ ਅਤੇ ਮੈਡੀਕਲ ਸੁਪਰਡੈਂਟਸ ਨੂੰ ਇੱਕ ਆਦੇਸ਼ ਜਾਰੀ ਕਰ ਦਿੱਤਾ ਗਿਆ, ਇੱਕ ਚਿੱਠੀ ਜਾਰੀ ਕਰ ਦਿੱਤੀ ਗਈ ਹੈ। ਉਸ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਟੈਸਟ ਮੁਫਤ ਕੀਤੇ ਜਾਣ, ਦਵਾਈਆਂ ਮੁਫਤ ਦੇਣ ਨੂੰ ਯਕੀਨੀ ਬਣਾਇਆ ਜਾਵੇ। ਸਾਰੇ ਡਾਕਟਰ ਵੀ, ਸਾਰੇ ਕਰਮਚਾਰੀ ਵੀ ਹਸਪਤਾਲ ਦੇ ਵਿੱਚ ਸਮੇਂ ਸਿਰ ਆਉਣ ਤੇ ਸਮੇਂ ਸਿਰ ਹੀ ਜਾਣ। ਇਹ ਵੀ ਆਖਿਆ ਗਿਆ ਕਿ ਹਸਪਤਾਲ ਦੇ ਕਰਮਚਾਰੀਆਂ ਤੋਂ ਲੈ ਕੇ ਡਾਕਟਰ ਤੱਕ ਯੂਨੀਫਾਰਮ ਵਰਦੀ ਪਾ ਕੇ ਆਇਆ ਕਰਨ ਅਤੇ ਉਹਨਾਂ ਵਾਸਤੇ ਵਰਦੀ ਇੱਕ ਤੈਅ ਕੀਤੀ ਹੋਈ ਹੈ। ਡਾਕਟਰ ਵੀ, ਪੈਰਾਮੈਡੀਕਲ ਸਟਾਫ ਵੀ ਐਪਰਨ ਪਾਉਣ ਜਾਂ ਲੈਬ ਕੋਟ ਪਾਉਣ ਜਾਂ ਚਿੱਟੇ ਰੰਗ ਦਾ ਕੋਟ, ਜਿਹੜਾ ਉਹਨਾਂ ਦੀ ਯੂਨੀਫਾਰਮ ਦਾ ਕੋਡ ਆ, ਉਹ ਪਹਿਨਣਾ ਲਾਜ਼ਮੀ ਹੋਏਗਾ। ਇਹਦੇ ਨਾਲ ਹੀ ਡਾਕਟਰ ਅਤੇ ਸਟਾਫ ਨੂੰ ਸਮੇਂ ਦੀ ਪਾਬੰਦੀ ਦਾ ਖਿਆਲ ਰੱਖਣ ਵਾਸਤੇ ਵੀ ਹਦਾਇਤ ਜਾਰੀ ਕੀਤੀ ਗਈ ਹੈ। ਹਸਪਤਾਲਾਂ ਦੇ ਵਿੱਚ ਸਫਾਈ ਦਾ ਉਚੇਚੇ ਤੌਰ ਤੇ ਧਿਆਨ ਰੱਖਣ ਵਾਸਤੇ ਵੀ ਹਦਾਇਤ ਜਾਰੀ ਕੀਤੀ ਗਈ ਹੈ। ਇਹਦੇ ਨਾਲ ਹੀ ਅਫਸਰ ਤੇ ਕਰਮਚਾਰੀ ਜਿੰਨੇ ਵੀ ਹਸਪਤਾਲ ਦੇ ਵਿੱਚ ਕੰਮ ਕਰਦੇ ਆ, ਭਾਵੇਂ ਡਾਕਟਰ ਹੈ ਭਾਵੇਂ ਕੋਈ ਬਾਕੀ ਦਾ ਸਟਾਫ ਹੈ, ਆਪਣੇ ਗਲੇ ਦੇ ਵਿੱਚ ਆਪਣਾ ਆਈਡੀ ਕਾਰਡ, ਸ਼ਨਾਖਤੀ ਕਾਰਡ ਜ਼ਰੂਰ ਪਾ ਕੇ ਰੱਖਣ। ਉੱਥੇ ਜਿਹੜੇ ਮਰੀਜ਼ ਨੇ ਇਲਾਜ ਕਰਵਾਉਣ ਵਾਸਤੇ ਆਏ, ਉਹ ਜਾਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ, ਉਹਨਾਂ ਦੇ ਨਾਲ ਸਹੀ ਢੰਗ ਨਾਲ ਪੇਸ਼ ਆਇਆ ਜਾਵੇ। ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ। ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ, ਉਹਨਾਂ ਦੇ ਵੱਲੋਂ ਇਹ ਚਿੱਠੀ, ਇਹ ਪੱਤਰ ਜਾਰੀ ਕੀਤਾ ਗਿਆ ਅਤੇ ਲਿਖਿਆ ਗਿਆ ਕਿ ਇਹ ਹਦਾਇਤਾਂ ਇਨ ਬਿਨ ਜਾਰੀ ਕੀਤੀਆਂ ਗਈਆਂ ਨੇ, ਜਿਹੜੀਆਂ ਇਹਨਾਂ ਦੀ ਉਸੇ ਤਰੀਕੇ ਨਾਲ ਪਾਲਣਾ ਕੀਤੀ ਜਾਵੇ। ਤੇ ਨਾਲ ਉਹਦੇ ਵਿੱਚ ਲਿਖਿਆ ਕਿ ਤੁਹਾਡੇ ਅਧੀਨ ਆਉਂਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਹਨਾਂ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ। ਦੱਸਣਾ ਬਣਦਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਚੋਣਾਂ ਹੋਈਆਂ ਨੇ, ਪੰਜਾਬ ਦੇ ਵਿੱਚ ਜਿੱਥੇ ਸਿੱਖਿਆ ਦਾ ਮੁੱਦਾ ਵੱਡਾ ਸੀ, ਨਸ਼ਿਆਂ ਦਾ ਮੁੱਦਾ, ਬੇਰੁਜ਼ਗਾਰੀ ਦਾ ਮੁੱਦਾ ਵੱਡਾ ਸੀ, ਉੱਥੇ ਆ ਸਿਹਤ ਦਾ ਮੁੱਦਾ ਵੀ ਵੱਡਾ ਸੀ। ਜੇਕਰ 2 ਮੁੱਦੇ ਸਿਹਤ ਅਤੇ ਸਿੱਖਿਆ ਨੂੰ ਨੱਥ ਪਾ ਗਏ, ਸੁਧਾਰ ਗਏ ਨਾ, ਕਿਸੇ ਵੀ ਮੁਲਕ ਦੀ ਰੀੜ੍ਹ ਦੀ ਹੱਡੀ ਨੇ ਇਹ। ਅਸੀਂ ਵੇਖਦੇ ਹਾਂ ਕਿ ਕੈਨੇਡਾ ਵਰਗੇ ਮੁਲਕ ਦੇ ਵਿੱਚ ਵੀ ਸਭ ਤੋਂ ਵੱਧ ਜ਼ੋਰ ਸਿਹਤ ਅਤੇ ਸਿੱਖਿਆ ਤੇ ਲਾਇਆ ਜਾਂਦਾ ਹੈ। ਕਈ ਮੁਲਕ ਇਹ ਵੀ ਨੇ ਕਿ ਉਹਨਾਂ ਦਾ ਸਿੱਖਿਆ ਤੇ ਸਿਹਤ ਵੱਲ ਧਿਆਨ ਕੋਈ ਨਹੀਂ। ਪਰ ਜੇਕਰ ਪੰਜਾਬ ਦੇ ਲੋਕਾਂ ਦੀ ਸਿਹਤ ਅਤੇ ਸਿੱਖਿਆ ਸੁਧਾਰਨ ਦੇ ਵਿੱਚ ਇਸ ਸਰਕਾਰ ਨੇ, ਨਵੀਂ ਸਰਕਾਰ ਨੇ ਕਦਮ ਚੁੱਕ ਕੇ ਉਹਨੂੰ ਲੀਹ ਤੇ ਚੜ੍ਹਾ ਦਿੱਤਾ, ਦੇਖਿਓ ਸੱਚਮੁੱਚ ਪੰਜਾਬ ਬਦਲ ਜੂ। ਕਿਉਂਕਿ ਜਿਹੜਾ ਬੰਦਾ ਜਾਗਰੂਕ ਨਹੀਂ, ਪੜ੍ਹਿਆ ਲਿਖਿਆ ਨਹੀਂ, ਉਹ ਸਰਕਾਰ ਤੋਂ ਸਵਾਲ ਕਿਵੇਂ ਕਰੂ? ਉਹ ਸਹੀ ਤਰੀਕੇ ਨਾਲ ਆਪਣੇ ਅਧਿਕਾਰ ਦੀ ਤੇ ਆਪਣੇ ਫਰਜ਼ਾਂ ਦੀ ਵਰਤੋਂ ਕਿਵੇਂ ਕਰੂ? ਹੁਣ ਜਿਹੜਾ ਬੰਦਾ ਤੰਦਰੁਸਤ ਨਹੀਂ, ਤੰਦਰੁਸਤ ਮਨ ਹੀ ਕਿਸੇ ਚੰਗੇ ਕੰਮ ਵੱਲ ਕਦਮ ਵਧਾ ਸਕਦਾ ਹੈ। ਸੋ ਉਮੀਦ ਹੈ, ਆਸਾਂ ਵੱਡੀਆਂ ਨੇ ਤੇ ਜ਼ਿੰਮੇਵਾਰੀ ਵੀ ਮਾਨ ਸਰਕਾਰ ਕੋਲ ਵੱਡੀ ਹੈ। ਪਰ ਅੱਜ ਭਗਵੰਤ ਮਾਨ ਹੋਰਾਂ ਨੇ ਆਪਣੇ ਕੈਬਨਿਟ ਦੇ ਵਿੱਚ ਵਿਸਥਾਰ ਕਰਨਾ ਹੈ। ਉਹਨਾਂ ਦੀ ਕੈਬਨਿਟ ਦੇ ਵਿੱਚ ਕੁੱਲ 17 ਮੰਤਰੀ ਹੋ ਸਕਦੇ ਆ, ਪਰ 10 ਮੰਤਰੀ ਨੇ ਜਿਨ੍ਹਾਂ ਨੇ ਅੱਜ ਸਵੇਰੇ 11 ਵਜੇ ਸਹੁੰ ਚੁੱਕਣੀ ਹੈ। ਇਹ ਸਹੁੰ ਚੁੱਕ ਸਮਾਗਮ ਚੰਡੀਗੜ੍ਹ ਦੇ ਵਿੱਚ ਰਾਜ ਭਵਨ ਦੇ ਵਿੱਚ ਹੋਣਾ ਹੈ। ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਖੁਦ ਸੋਸ਼ਲ ਮੀਡੀਆ ਤੇ ਆਪਣੇ ਨਵੇਂ ਮੰਤਰੀਆਂ ਦੀ ਸੂਚੀ ਵੀ ਜਾਰੀ ਕੀਤੀ ਹੈ। ਜਿਹੜੇ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਰਿਹਾ ਹੈ, ਉਹਨਾਂ ਵਿੱਚ ਹਰਪਾਲ ਸਿੰਘ ਚੀਮਾ ਨੇ, ਡਾਕਟਰ ਬਲਜੀਤ ਕੌਰ ਨੇ, ਹਰਭਜਨ ਸਿੰਘ ETO ਨੇ, ਡਾਕਟਰ ਵਿਜੇ ਸਿੰਗਲਾ ਨੇ, ਗੁਰਮੀਤ ਸਿੰਘ ਮੀਤ ਹੇਅਰ ਨੇ,
ਹਰਜੋਤ ਬੈਂਸ ਨੇ, ਲਾਲ ਚੰਦ ਕਟਾਰੂ ਚੱਕ ਨੇ, ਕੁਲਦੀਪ ਸਿੰਘ ਧਾਲੀਵਾਲ ਹਨ, ਲਾਲਜੀਤ ਸਿੰਘ ਭੁੱਲਰ ਵੀ ਹੈ ਅਤੇ ਬ੍ਰਹਮਾ ਸ਼ੰਕਰ ਜਿੰਪਾ ਨੇ। ਇਹਨਾਂ ਮੰਤਰੀਆਂ ਵਿੱਚ ਸਿਰਫ ਇੱਕ ਮਹਿਲਾ ਨੇ, ਡਾਕਟਰ ਬਲਜੀਤ ਕੌਰ। ਭਗਵੰਤ ਮਾਨ ਦੇ ਮੰਤਰੀ ਮੰਡਲ ਦੇ ਵਿੱਚ 2 ਡਾਕਟਰ, ਜਿਨ੍ਹਾਂ ਵਿੱਚੋਂ ਮਲੋਟ ਦੀ ਵਿਧਾਇਕਾ ਡਾਕਟਰ ਬਲਜੀਤ ਕੌਰ ਅਤੇ ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਗਲਾ ਸ਼ਾਮਲ ਨੇ। ਜੰਡਿਆਲਾ ਦੇ ਵਿਧਾਇਕ ਹਰਭਜਨ ਸਿੰਘ ਇੱਕ ਰਿਟਾਇਰਡ ਅਫਸਰ ਨੇ। ਹਰਭਜਨ ਸਿੰਘ ETA ਦੇ ਅਹੁਦੇ ਤੋਂ ਸੇਵਾ ਮੁਕਤ ਨੇ। ਭਗਵੰਤ ਮਾਨ ਦਾ ਆਪਣੀ ਕੈਬਨਿਟ ਦੇ ਵਿੱਚ ਪੋਲੀਟੀਕਲ ਤਵਾਜ਼ਨ ਉਹਨਾਂ ਨੇ ਬਹੁਤ ਧਿਆਨ ਦੇ ਨਾਲ ਰੱਖਿਆ ਹੈ। ਤੁਸੀਂ ਦੇਖੋ ਕਿ ਇਕੱਲੇ ਮਾਲਵਾ ਖਿੱਤੇ ਦੇ ਵਿੱਚ 69 ਹਲਕੇ ਪੈਂਦੇ ਆ। 69 ਦੇ ਵਿੱਚੋਂ 4 ਉਮੀਦਵਾਰ ਜਿਹੜੇ ਜਿੱਤ ਦਰਜ ਕਰਨ ਵਾਲੇ ਵਿਧਾਇਕ ਬਣੇ ਨੇ, ਉਹਨਾਂ ਨੂੰ ਆਪਣੇ ਮੰਤਰੀ ਮੰਡਲ ਵਿੱਚ ਲਿਆ ਜਾ ਰਿਹਾ ਹੈ। ਮਾਝੇ ਦੇ ਵਿੱਚ ਹੋਰ ਪਕੜ ਮਜ਼ਬੂਤ ਹੋਵੇ। ਮਾਝੇ ਦੇ ਵਿੱਚ ਕੁੱਲ 25 ਵਿਧਾਨ ਸਭਾ ਹਲਕੇ ਪੈਂਦੇ ਨੇ, ਉੱਥੋਂ ਵੀ 4 ਨੇ ਅਤੇ ਦੁਆਬਾ ਖਿੱਤੇ ਦੇ ਵਿੱਚ ਕੁੱਲ 23 ਵਿਧਾਨ ਸਭਾ ਹਲਕੇ ਨੇ, ਉੱਥੋਂ 2 ਵਿਧਾਇਕਾਂ ਨੂੰ ਉਹ ਆਪਣੀ ਕੈਬਨਿਟ ਦੇ ਵਿੱਚ ਲੈ ਰਹੇ ਨੇ। ਸਿਰਫ ਮਾਝਾ, ਮਾਲਵਾ ਤੇ ਦੁਆਬਾ ਭਾਵ ਇਹਨਾਂ ਖਿੱਤਿਆਂ ਨੂੰ ਇਹ ਧਿਆਨ ਵਿੱਚ ਨਹੀਂ ਰੱਖਿਆ ਗਿਆ, ਸਗੋਂ ਜਾਤੀਗਤ ਫੈਕਟ ਨੂੰ ਵੀ ਪੂਰਾ ਧਿਆਨ ਨਾਲ ਵਿਚਾਰਿਆ ਗਿਆ ਹੋਣਾ, ਕਿਉਂਕਿ ਉਹਨਾਂ ਦੇ ਮੰਤਰੀ ਮੰਡਲ ਦੇ ਵਿੱਚ ਸਹੁੰ ਚੁੱਕਣ ਤੋਂ ਬਾਅਦ ਉਹਨਾਂ ਦੀ ਸਰਕਾਰ ਦੇ ਵਿੱਚ ਭਗਵੰਤ ਮਾਨ ਸਮੇਤ 4 ਜੱਟ ਸਿੱਖ ਚਿਹਰੇ ਹੋਣਗੇ, 3 ਹਿੰਦੂ ਹੋਣਗੇ ਅਤੇ 4 ਦਲਿਤ ਮੰਤਰੀ ਹੋਣਗੇ। ਇਹਨਾਂ ਦੇ ਇਲਾਵਾ ਇਹ ਵੀ ਖਬਰ ਹੈ ਕਿ ਕੋਟਕਪੂਰਾ ਤੋਂ ਦੂਸਰੀ ਵਾਰ ਵਿਧਾਇਕ ਬਣੇ ਕੁਲਤਾਰ ਸਿੰਘ ਸੰਧਵਾ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਬਣਾ ਦਿੱਤਾ ਗਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਕਿ ਇਹਨਾਂ 10 ਵਿਧਾਇਕਾਂ ਨੂੰ ਜਿਨ੍ਹਾਂ ਨੂੰ ਮੰਤਰੀ ਮੰਡਲ ਦੇ ਵਿੱਚ ਲਿਆ ਜਾ ਰਿਹਾ ਹੈ, ਉਹਨਾਂ ਵਿੱਚੋਂ ਹਰਪਾਲ ਸਿੰਘ ਚੀਮਾ ਅਤੇ ਮੀਤ ਹੇਅਰ ਦੂਸਰੀ ਵਾਰ ਵਿਧਾਇਕ ਬਣੇ ਨੇ, ਜਦੋਂ ਕਿ ਬਾਕੀ 8 ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਦੇ ਵਿੱਚ ਪਹੁੰਚੇ ਹੈ। ਇਹ ਵੀ ਗੱਲ ਦੱਸਣ ਵਾਲੀ ਹੈ ਕਿ ਆਮ ਆਦਮੀ ਪਾਰਟੀ ਨੇ ਇਸ ਵਾਰ ਮਾਲਵੇ ਦੀਆਂ 69 ਦੇ ਵਿੱਚੋਂ 66 ਸੀਟਾਂ ਦੇ ਉੱਤੇ ਜਿੱਤ ਦਰਜ ਕੀਤੀ ਸੀ, ਪਰ ਭਗਵੰਤ ਮਾਨ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਮਾਝਾ, ਮਾਲਵਾ ਤੇ ਦੁਆਬਾ, ਇਹਨਾਂ ਵਿੱਚ ਪੋਲੀਟੀਕਲ ਬੈਲੈਂਸ ਬਣਾਉਣ ਦਾ ਪੂਰਾ ਖਿਆਲ ਰੱਖਿਆ। ਉਹਨਾਂ ਦੇ ਮੰਤਰੀ ਮੰਡਲ ਦੇ ਵਿੱਚ ਜਿਨ੍ਹਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ, ਹਰਪਾਲ ਚੀਮਾ ਉਹ ਦਿੜਵਾ ਵਿਧਾਨ ਸਭਾ ਹਲਕੇ ਤੋਂ ਦੂਸਰੀ ਵਾਰ ਵਿਧਾਇਕ ਬਣੇ ਨੇ ਅਤੇ 27 ਜੁਲਾਈ 2018 ਤੋਂ 11 ਮਾਰਚ 2022 ਤੱਕ ਵਿਰੋਧੀ ਧਿਰ ਦੇ ਆਗੂ ਰਹੇ ਹੈ। ਹਰਪਾਲ ਚੀਮਾ ਹੋਰਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਕੀਤੀ ਹੋਈ ਹੈ। ਇਸੇ ਤਰ੍ਹਾਂ ਡਾਕਟਰ ਬਲਜੀਤ ਕੌਰ, ਉਹ ਵੀ ਮਾਲਵਾ ਖਿੱਤੇ ਨਾਲ ਸੰਬੰਧਿਤ ਨੇ, ਮਲੋਟ ਵਿਧਾਨ ਸਭਾ ਹਲਕੇ ਤੋਂ ਜਿੱਤੇ ਹੈ। ਡਾਕਟਰ ਬਲਜੀਤ ਕੌਰ ਖੁਦ ਅੱਖਾਂ ਦੇ ਮਾਹਰ ਡਾਕਟਰ ਨੇ। ਆਪਣੀ ਚੋਣ ਮੁਹਿੰਮ ਦੇ ਦੌਰਾਨ ਵੀ ਜਿੱਥੇ ਚੋਣ ਪ੍ਰਚਾਰ ਕਰਨ ਜਾਂਦੇ ਸੀ, ਪ੍ਰਚਾਰ ਘੱਟ ਕਰਦੇ ਸੀ, ਉੱਥੇ ਵੀ ਲੋਕਾਂ ਦੀਆਂ ਅੱਖਾਂ ਦੇਖਣ ਨੂੰ ਤਰਜੀਹ ਦਿੰਦੇ ਸੀ ਅਤੇ ਉਹ ਸਾਬਕਾ ਸੰਸਦ ਪ੍ਰੋਫੈਸਰ ਸਾਧੂ ਸਿੰਘ ਹੋਰਾਂ ਦੀ ਧੀ ਨੇ। ਦੱਸਣਾ ਬਣਦਾ ਕਿ ਉਹਨਾਂ ਨੇ ਲਗਭਗ 3 ਮਹੀਨੇ ਪਹਿਲਾਂ ਹੀ ਸਰਕਾਰੀ ਨੌਕਰੀ ਛੱਡੀ ਸੀ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ। ਮਾਝੇ ਖਿੱਤੇ ਦੇ ਨਾਲ ਸੰਬੰਧਿਤ ਅੰਮ੍ਰਿਤਸਰ ਦੇ ਜੰਡਿਆਲਾ ਵਿਧਾਨ ਸਭਾ ਹਲਕੇ ਤੋਂ ਜਿੱਤਣ ਵਾਲੇ ਹਰਭਜਨ ਸਿੰਘ ETO, ਉਹ ਵੀ ਭਗਵੰਤ ਮਾਨ ਦੀ ਕੈਬਨਿਟ ਦਾ ਹਿੱਸਾ ਬਣਨ ਜਾ ਰਹੇ ਨੇ। ਉਹ 2012 ਦੇ ਵਿੱਚ PCS ਦੀ ਪ੍ਰੀਖਿਆ ਪਾਸ ਕਰਕੇ ਫਿਰ ETO ਬਣੇ ਸੀ ਅਤੇ 2017 ਦੇ ਵਿੱਚ ਉਹਨਾਂ ਨੇ ਆਪਣਾ ਅਹੁਦਾ ਤਿਆਗ ਦਿੱਤਾ ਸੀ ਅਤੇ ਫਿਰ 2017 ਦੇ ਵਿੱਚ ਆਮ ਆਦਮੀ ਪਾਰਟੀ ਤੋਂ ਸ਼ਾਮਲ ਹੋਣ ਬਾਅਦ ਉਹਨਾਂ ਨੇ ਚੋਣ ਲੜੀ ਸੀ, ਪਰ ਉਹ ਹਾਰ ਗਏ ਸੀ, ਤੀਸਰੇ ਸਥਾਨ ਤੇ ਆਏ ਸੀ। ਉਹਨਾਂ ਤੋਂ ਇਲਾਵਾ ਮਾਲਵਾ ਖਿੱਤੇ ਨਾਲ ਸੰਬੰਧਿਤ ਮਾਨਸਾ ਤੋਂ ਚੋਣ ਜਿੱਤਣ ਵਾਲੇ ਡਾਕਟਰ ਵਿਜੇ ਸਿੰਗਲਾ, ਉਹਨਾਂ ਨੇ ਪੰਜਾਬੀ ਗਾਇਕ ਕਲਾਕਾਰ ਸਿੱਧੂ ਮੂਸੇਵਾਲਾ ਨੂੰ ਹਰਾਇਆ ਸੀ। ਉਹ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾ ਰਹੇ ਹੈ। ਪੇਸ਼ੇ ਵਜੋਂ ਉਹ ਡਾਕਟਰ ਸੀ। ਇਸ ਤਰ੍ਹਾਂ ਮਾਝਾ ਖਿੱਤੇ ਨਾਲ ਸੰਬੰਧਿਤ ਭੋਆ ਤੋਂ ਜਿੱਤ ਦਰਜ ਕਰਨ ਵਾਲੇ ਲਾਲ ਚੰਦ ਕਟਾਰੂ ਚੱਕ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਕਟਾਰੂ ਚੱਕ ਨੇ ਸਿਰਫ 1204 ਵੋਟਾਂ ਨਾਲ ਕਾਂਗਰਸ ਤੋਂ ਇਹ ਸੀਟ ਖੋਹੀ ਹੈ, ਜਿੱਤ ਦਰਜ ਕੀਤੀ ਸੀ ਤੇ ਕਾਂਗਰਸ ਦੇ ਜੋਗਿੰਦਰਪਾਲ ਨੂੰ ਹਰਾਇਆ ਸੀ। ਮੈਂ ਤੁਹਾਨੂੰ ਦੱਸ ਦਿਆਂ ਕਿ ਆਹ ਦੇਖੋ, ਹੋ ਸਕਦਾ ਕੋਈ ਕਹੇ ਕਿ 1204 ਵੋਟਾਂ ਵਾਲਾ ਇਹ ਸੰਕੇਤ ਸੀ ਕੁਝ, ਕਿਉਂਕਿ ਅਮਨ ਅਰੋੜਾ ਸਭ ਤੋਂ ਵੱਡੀ ਜਿੱਤ ਲੈ ਕੇ ਆਏ ਨੇ। ਹਾਲੇ ਤੱਕ ਅਮਨ ਅਰੋੜਾ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਹੈ। ਭਗਵੰਤ ਮਾਨ ਹੋਰਾਂ ਨੇ ਵਿਧਾਇਕ ਦਲ ਦੀ ਪਹਿਲੀ ਮੀਟਿੰਗ ਵਿੱਚ ਆਖਿਆ ਸੀ ਕਿ ਜਿੱਤ ਹੈ, ਭਾਵੇਂ ਕੋਈ ਸੈਂਕੜਿਆਂ ਨਾਲ ਜਿੱਤਿਆ, ਭਾਵੇਂ ਕੋਈ ਹਜ਼ਾਰਾਂ ਨਾਲ ਜਿੱਤਿਆ। ਮਾਲਵਾ ਨਾਲ ਹੀ ਸੰਬੰਧਿਤ ਨੇ ਮੀਤ ਹੇਅਰ, ਉਹ ਦੂਸਰੀ ਵਾਰ ਵਿਧਾਇਕ ਬਣੇ ਨੇ। ਉਹਨਾਂ ਨੇ ਜਲੰਧਰ PTU ਯੂਨੀਵਰਸਿਟੀ ਤੋਂ 2012 ਵਿੱਚ B.Tech ਪਾਸ ਕੀਤੀ ਸੀ ਅਤੇ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਉਹਨੇ ਦੂਸਰੀ ਵਾਰ ਜਿੱਤ ਦਰਜ ਕੀਤੀ ਹੈ ਤੇ ਉਹ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾ ਰਹੇ ਹੈ। ਇਸੇ ਤਰ੍ਹਾਂ ਮਾਝਾ ਦੀ ਅਜਨਾਲਾ ਵਿਧਾਨ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾਉਣ ਵਾਲੇ ਕੁਲਦੀਪ ਸਿੰਘ ਧਾਲੀਵਾਲ ਜੇਤੂ ਸੀ। ਉਹ 7800 ਤੇ 43 ਵੋਟਾਂ ਨਾਲ ਜਿੱਤੇ ਸੀ।
ਕੁਲਦੀਪ ਸਿੰਘ ਧਾਲੀਵਾਲ ਸਿਰਫ 10ਵੀਂ ਪਾਸ ਨੇ। ਇਸ ਤਰ੍ਹਾਂ ਮਾਝਾ ਦੇ ਨਾਲ ਸੰਬੰਧਿਤ ਲਾਲਜੀਤ ਸਿੰਘ ਭੁੱਲਰ, ਉਹਨਾਂ ਨੇ ਪੱਟੀ ਵਿਧਾਨ ਸਭਾ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਹਰਾਇਆ ਹੈ ਅਤੇ ਉਹਨਾਂ ਨੂੰ ਵੀ ਭਗਵੰਤ ਮਾਨ ਆਪਣੇ ਮੰਤਰੀ ਮੰਡਲ ਦੇ ਵਿੱਚ ਲੈ ਰਹੇ ਨੇ। ਲਾਲਜੀਤ ਪੇਸ਼ੇ ਵਜੋਂ ਐਗਰੀਕਲਚਰਿਸਟ ਨੇ ਅਤੇ ਕਮਿਸ਼ਨ ਏਜੰਟ ਵੀ ਹੈ। ਦੁਆਬੇ ਨਾਲ ਸੰਬੰਧਿਤ ਨੇ ਜਿਹੜੇ ਅਗਲੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਨੇ। ਉਹਨਾਂ ਨੇ ਹੁਸ਼ਿਆਰਪੁਰ ਤੋਂ ਸੁੰਦਰ ਸ਼ਾਮ ਅਰੋੜਾ ਨੂੰ ਹਰਾਇਆ। ਬ੍ਰਹਮ ਸ਼ੰਕਰ ਜਿੰਪਾ ਉਹ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾ ਰਹੇ ਨੇ। ਉਹ ਸਿਰਫ 12 ਤੱਕ ਪੜ੍ਹੇ ਹੋਏ ਨੇ। ਇਸੇ ਤਰ੍ਹਾਂ ਆਨੰਦਪੁਰ ਸਾਹਿਬ ਤੋਂ ਜਿੱਤ ਦਰਜ ਕਰਨ ਵਾਲੇ ਹਰਜੋਤ ਬੈਂਸ ਨੂੰ ਵੀ ਮੰਤਰੀ ਮੰਡਲ ਵਿੱਚ ਅੱਜ ਸ਼ਾਮਲ ਕੀਤਾ ਜਾ ਰਿਹਾ ਹੈ। ਹਰਜੋਤ ਬੈਂਸ ਲੰਡਨ ਸਕੂਲ ਆਫ ਇਕਨੋਮਿਕਸ ਐਂਡ ਪੋਲੀਟੀਕਲ ਸਾਇੰਸ ਤੋਂ ਸਿੱਖਿਆ ਪ੍ਰਾਪਤ ਨੇ। ਪਹਿਲਾਂ ਖਬਰਾਂ ਆ ਗਈਆਂ ਸੀ ਕਿ ਸਭ ਤੋਂ ਪਹਿਲਾਂ 10 ਜਾਂ 12 ਮੰਤਰੀ ਸਹੁੰ ਚੁੱਕਣਗੇ, ਜਦ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਸਰਕਾਰ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਤੋਂ ਇਲਾਵਾ 17 ਮੰਤਰੀ ਹੋਰ ਬਣਾਏ ਜਾ ਸਕਦੇ ਆ। ਹੁਣ ਕਿਆਸ ਰਾਈਆਂ ਦਾ ਦੌਰ ਇੱਕ ਵਾਰੀ ਫਿਰ ਤੋਂ ਸ਼ੁਰੂ ਹੋ ਗਿਆ ਹੈ ਕਿ ਹੋਰ ਕਿਹੜੇ 7 ਹੋਣਗੇ ਜਿਨ੍ਹਾਂ ਨੂੰ ਮੁੱਖ ਮੰਤਰੀ ਆਪਣੇ ਮੰਤਰੀ ਮੰਡਲ ਵਿੱਚ ਲੈ ਸਕਦੇ ਆ। ਹੈਰਾਨੀਜਨਕ ਗੱਲ ਇਹ ਵੀ ਹੈ ਕਿ ਜਿਹੜੀ ਸੂਚੀ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਖੁਦ ਜਾਰੀ ਕੀਤੀ, ਉਹਨਾਂ ਵਿੱਚ ਸਿਰਫ 2 ਉਹ ਵਿਧਾਇਕ ਨੇ ਜਿਹੜੇ ਦੂਸਰੀ ਵਾਰ ਜਿੱਤ ਦਰਜ ਕਰਕੇ ਆਏ ਨੇ। ਪਰ ਜਿਹੜੇ ਸਭ ਤੋਂ ਪਹਿਲਾਂ ਸਹੁੰ ਚੁੱਕਣ ਵਾਲੇ ਮੰਤਰੀ ਹੋਣੇ ਚਾਹੀਦੇ ਸੀ, ਉਹਨਾਂ ਦਾ ਨਾਮ ਉਸ ਸੂਚੀ ਵਿੱਚ ਨਹੀਂ ਹੈ। ਆਮ ਤੌਰ ਤੇ ਵੇਖਿਆ ਜਾਂਦਾ ਕਿ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਹੁੰ ਚੱਕਦੇ ਆ, ਫਿਰ ਉਹਨਾਂ ਤੋਂ ਬਾਅਦ ਅਹਿਮ ਮੰਤਰਾਲਾ ਸੰਭਾਲਣ ਵਾਲੇ ਨੂੰ ਸਹੁੰ ਚੁਕਾਈ ਜਾਂਦੀ ਹੈ ਤੇ ਫਿਰ ਉਸੇ ਤਰੀਕੇ ਨਾਲ ਸਹੁੰ ਚੁੱਕਦੇ ਜਾਂਦੇ ਆ। ਪਰ ਆਹ ਮਾਨ ਮੰਤਰੀ ਮੰਡਲ ਵਿੱਚ ਕੁਝ ਨਵਾਂ ਹੋ ਰਿਹਾ ਹੈ। ਜਿਹੜੇ ਦੂਸਰੀ ਵਾਰ ਵੱਡੀ ਜਿੱਤ ਦੇ ਨਾਲ ਜਿੱਤ ਦਰਜ ਕਰਕੇ ਆਏ ਨੇ, ਉਹ ਹਾਲੇ ਤੱਕ ਇਸ ਸੂਚੀ ਦੇ ਵਿੱਚੋਂ ਬਾਹਰ ਨੇ। ਹੁਣ ਬੀਤੇ ਵੀਰਵਾਰ ਨੂੰ ਵੀ ਕੁਝ ਸੰਕੇਤ ਮਿਲੇ ਸੀ, ਜਦੋਂ ਪਹਿਲਾ ਸੈਸ਼ਨ ਸੀ ਜਿੱਥੇ ਸਹੁੰ ਚੁਕਾਈ ਗਈ ਕਿ ਇਹ ਵਿਧਾਇਕਾਂ ਦੇ ਵਿੱਚੋਂ ਕੌਣ-ਕੌਣ ਮੰਤਰੀ ਹੋ ਸਕਦਾ ਹੈ। ਹਰਪਾਲ ਸਿੰਘ ਚੀਮਾ ਤੇ ਡਾਕਟਰ ਬਲਜੀਤ ਕੌਰ ਰਾਖਵੀਆਂ ਕੁਰਸੀਆਂ ਤੇ ਬੈਠੇ ਨਜ਼ਰ ਆਏ ਸੀ। ਇਹ ਰਾਖਵੀਆਂ ਕੁਰਸੀਆਂ ਉਹ ਹੁੰਦੀਆਂ ਨੇ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਸਿਰਫ ਤੇ ਸਿਰਫ ਮੰਤਰੀਆਂ ਦੇ ਵਾਸਤੇ ਰਾਖਵੀਆਂ ਕੀਤੀਆਂ ਜਾਂਦੀਆਂ ਨੇ। ਹੁਣ ਲੋਕਾਂ 'ਚ ਚਰਚਾ ਹੈ, ਮੀਡੀਆ ਦੇ ਵਿੱਚ ਚਰਚਾ ਹੈ ਕਿ ਮੰਤਰੀ ਮੰਡਲ ਦੇ ਵਿੱਚ ਹਾਲੇ ਤੱਕ ਅਮਨ ਅਰੋੜਾ ਕਿਉਂ ਨਹੀਂ। ਪਹਿਲਾਂ ਚਰਚਾ ਇਹ ਵੀ ਸੀ ਕਿ ਸੰਗਰੂਰ ਤੋਂ ਜਿੱਤ ਦਰਜ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਨਰਿੰਦਰ ਕੌਰ ਭਰਾਜ ਵੀ ਉਹਨਾਂ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੋ ਸਕਦੇ ਆ। ਪ੍ਰੋਫੈਸਰ ਬਲਜਿੰਦਰ ਕੌਰ ਉਹਨਾਂ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੋ ਸਕਦੇ ਆ। ਸਰਬਜੀਤ ਕੌਰ ਮਾਣੂਕੇ ਬਾਬਤ ਆਖਿਆ ਜਾ ਰਿਹਾ ਸੀ ਕਿ ਸ਼ਾਇਦ ਉਹ ਸਪੀਕਰ ਬਣਨ, ਪਰ ਸਪੀਕਰ ਹੁਣ ਸੰਧਵਾ ਸਾਹਿਬ ਬਣਾ ਦਿੱਤੇ ਗਏ ਹੈ। ਪ੍ਰਿੰਸੀਪਲ ਬੁੱਧ ਰਾਮ ਹੋਰਾਂ ਦੇ ਨਾਮ ਦੀ ਚਰਚਾ ਸੀ। ਮਨਜੀਤ ਸਿੰਘ ਬਲਾਸਪੁਰ ਹੋਰਾਂ ਦੇ ਨਾਮ ਦੀ ਚਰਚਾ ਸੀ। ਪਰ ਇਹਨਾਂ ਦੇ ਵਿੱਚੋਂ ਹਾਲੇ ਤੱਕ ਕੁਲਤਾਰ ਸਿੰਘ ਸੰਧਵਾ ਸਪੀਕਰ ਬਣਾਏ ਗਏ ਹੈ। ਬਾਕੀਆਂ ਦਾ ਨਾਮ ਹਾਲੇ ਕਿਸੇ ਸੂਚੀ ਵਿੱਚ ਨਹੀਂ। ਹਾਲਾਂਕਿ ਸੰਕੇਤ ਮਿਲੇ ਹੈ ਕਿ 7 ਮੰਤਰੀਆਂ ਨੂੰ ਭਗਵੰਤ ਮਾਨ ਆਪਣੇ ਮੰਤਰੀ ਮੰਡਲ ਦੇ ਵਿੱਚ ਬਾਅਦ ਵਿੱਚ ਸ਼ਾਮਲ ਕਰਨਗੇ। ਪਰ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਆ ਸੀਨੀਅਰ ਵਿਧਾਇਕ ਜਿਹੜੇ ਦੂਸਰੀ ਵਾਰ ਜਿੱਤ ਦਰਜ ਕਰਕੇ ਆਏ ਹੈ, ਉਹਨਾਂ ਨੂੰ ਹਾਲੇ ਤੱਕ ਮੰਤਰੀ ਮੰਡਲ ਵਿੱਚੋਂ ਬਾਹਰ ਕਿਉਂ ਰੱਖਿਆ ਗਿਆ ਹੈ? ਹੁਣ ਕੀ ਉਹਨਾਂ ਨੂੰ ਕੁਝ ਖਾਸ ਦਿੱਤਾ ਜਾਣਾ ਹੈ, ਜਾਂ ਇਹ ਦੱਸਣਾ ਚਾਹੁੰਦੇ ਆ ਕਿ ਨਵੇਂ ਤੇ ਪੁਰਾਣੇ ਦਾ ਕੋਈ ਲੈਣ ਦੇਣ ਨਹੀਂ, ਸਾਨੂੰ ਲੱਗਦਾ ਕਿ ਜਿਹੜਾ ਸੁਹਿਰਤਾ ਦੇ ਨਾਲ ਕੰਮ ਕਰੇਗਾ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਲਿਆ ਜਾ ਸਕਦਾ। ਪਰ ਜਿਹੜੇ ਨਾਮਾਂ ਦਾ ਮੈਂ ਜ਼ਿਕਰ ਕੀਤਾ ਹੈ, ਉਹਨਾਂ ਉੱਤੇ ਇਸ ਤਰ੍ਹਾਂ ਦਾ ਇਲਜ਼ਾਮ ਕੋਈ ਨਹੀਂ ਲੱਗਦਾ ਕਿ ਆਹ ਜਿਨ੍ਹਾਂ ਨੂੰ ਲਿਆ ਜਾ ਰਿਹਾ ਹੈ ਉਹਨਾਂ ਨਾਲੋਂ ਵਧੀਆ, ਜਾਂ ਇਹਨਾਂ ਦੀ ਕਾਰਗੁਜ਼ਾਰੀ ਉਹਨਾਂ ਨਾਲੋਂ ਵਧੀਆ, ਕਿਉਂਕਿ ਇਹਨਾਂ ਵਿੱਚੋਂ 8 ਨਵੇਂ ਨੇ। ਉਹ ਮੈਂ ਪੁਰਾਣਿਆਂ ਦਾ ਜ਼ਿਕਰ ਕਰ ਰਿਹਾ ਸੀ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਬਾਕੀ ਦੇ 7 ਰਹਿੰਦੇ ਆ, ਉਹਨਾਂ ਵਿੱਚ ਕਿਹਦਾ ਨਾਮ ਦਰਜ ਹੁੰਦਾ ਹੈ। ਹੁਣ ਰਾਜ ਸਭਾ ਦੇ ਉੱਤੇ ਵੀ ਨਜ਼ਰਾਂ ਟਿੱਕੀਆਂ ਹੋਈਆਂ ਨੇ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਜਿੱਤ ਦਰਜ ਕੀਤੀ ਹੈ, ਜਿਸ ਦੇ ਕਾਰਨ ਰਾਜ ਸਭਾ ਦੇ ਮੈਂਬਰ ਜਿਹੜੇ ਜਾਣੇ ਆ ਨਾ ਪੰਜਾਬ ਦੇ ਵਿੱਚੋਂ, ਉਹ ਤਕਰੀਬਨ ਸਾਰੇ ਆਮ ਆਦਮੀ ਪਾਰਟੀ ਦੇ ਜਾਣਗੇ। ਹੁਣ ਰਾਜ ਸਭਾ ਦੇ ਵਿੱਚ ਕੌਣ ਜਾਵੇ, ਕਿਹਨੂੰ ਨਾਮਜ਼ਦ ਕੀਤਾ ਜਾਵੇ, ਇਹ ਬਹੁਤ ਮਹੱਤਵਪੂਰਨ ਖਬਰਾਂ ਨੇ। ਚੋਣ ਕਮਿਸ਼ਨ ਨੇ ਪੰਜਾਬ ਦੀਆਂ 7 ਰਾਜ ਸਭਾ ਸੀਟਾਂ ਦੇ ਵਿੱਚੋਂ 5 ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਹੈ। ਚੋਣ 31 ਮਾਰਚ ਨੂੰ ਹੈ ਅਤੇ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਾਰੀਖ 21 ਮਾਰਚ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਤੋਂ 3 ਉਮੀਦਵਾਰਾਂ ਦੇ ਨਾਮ ਪਤਾ ਲੱਗ ਰਿਹਾ ਕਿ ਲਗਭਗ ਤੈਅ ਕਰ ਲਿਆ ਹੈ। ਇਹਨਾਂ ਵਿੱਚ ਕ੍ਰਿਕਟਰ ਹਰਭਜਨ ਸਿੰਘ ਦਾ ਨਾਮ ਵੀ ਆ ਰਿਹਾ ਹੈ ਤੇ ਹੁਣ ਤੱਕ ਵੱਡੇ ਅਖਬਾਰਾਂ ਨੇ ਇੱਕ ਰਿਪੋਰਟ ਵੀ ਛਾਪ ਦਿੱਤੀ ਹੈ, ਇੰਡੀਅਨ ਐਕਸਪ੍ਰੈਸ ਵਰਗੀਆਂ ਨੇ। ਉਹਦੇ ਵਿੱਚ ਜਿਨ੍ਹਾਂ ਨਾਮਾਂ ਦਾ ਜ਼ਿਕਰ ਆ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ। ਉਹਨਾਂ ਵਿੱਚੋਂ ਕ੍ਰਿਕਟਰ ਹਰਭਜਨ ਸਿੰਘ, ਦਿੱਲੀ ਦੇ ਵਿਧਾਇਕ ਰਾਘਵ ਚੱਡਾ ਅਤੇ ਦਿੱਲੀ IIT ਦੇ ਪ੍ਰੋਫੈਸਰ ਸੰਦੀਪ ਪਾਠਕ ਹੋ ਸਕਦੇ ਹੈ,
ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਰਾਜ ਸਭਾ ਦੇ ਵਿੱਚ ਭੇਜ ਸਕਦੀ ਹੈ। ਇਹ ਵੀ ਖਬਰ ਮਿਲ ਰਹੀ ਹੈ ਕਿ ਪਾਰਟੀ 3 ਨਾਵਾਂ ਤੇ ਸਹਿਮਤ ਹੋ ਗਈ ਹੈ ਤੇ 21 ਮਾਰਚ ਨੂੰ ਨਾਮਜ਼ਦਗੀਆਂ ਦਾਖਲ ਕਰਨ ਤੋਂ ਪਤਾ ਲੱਗ ਜਾਏਗਾ ਕਿ ਬਾਕੀ ਇਹ ਤਿੰਨਾਂ ਦੇ ਉੱਤੇ ਆਪ ਮੋਹਰ ਲਾਉਂਦੀ ਹੈ ਕਿ ਨਹੀਂ। ਹੁਣ ਸੂਤਰ ਦੱਸ ਰਹੇ ਨੇ ਕਿ ਤਿੰਨੇ ਨਾਮ ਆਮ ਆਦਮੀ ਪਾਰਟੀ ਦੀ ਸੂਚੀ ਦੇ ਵਿੱਚ ਸਭ ਤੋਂ ਉੱਪਰ ਨੇ। ਹਰਭਜਨ ਸਿੰਘ ਇੱਕ ਜਾਣਿਆ ਪਛਾਣਿਆ ਨਾਮ ਹੈ, ਭਾਰਤ ਦੇ ਵਿੱਚ ਇੱਕ ਯੂਥ ਆਈਕਨ ਵਜੋਂ ਵੀ ਜਾਣਿਆ ਜਾਂਦਾ ਹੈ ਤੇ ਇਹ ਵੀ ਪਤਾ ਲੱਗਿਆ ਕਿ ਹਰਭਜਨ ਸਿੰਘ ਪੰਜਾਬ ਤੋਂ ਮਜ਼ਬੂਤ ਉਮੀਦਵਾਰ ਹੋ ਸਕਦੇ ਹੈ। ਦੂਸਰੇ ਪਾਸੇ ਹੁਣ ਗੱਲ ਕਰਦੇ ਹਾਂ ਰਾਘਵ ਚੱਡਾ ਦੀ। ਰਾਘਵ ਚੱਡਾ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਮਦਦ ਕਰਦੇ ਸੀ। ਪਾਰਟੀ ਦੇ ਅੰਦਰ ਉਹਨਾਂ ਨੇ ਪਾਰਟੀ ਨੂੰ ਮਜ਼ਬੂਤੀ ਵੀ ਕਹਿੰਦੇ ਕਾਫੀ ਤੇਜ਼ੀ ਨਾਲ ਦਵਾਈ। ਇਸ ਵਕਤ ਉਹ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਨੇ ਤੇ ਪੰਜਾਬ ਚੋਣਾਂ ਦੇ ਵਿੱਚ ਪਾਰਟੀ ਨੇ ਉਹਨਾਂ ਨੂੰ ਕੋਈ ਇੰਚਾਰਜ ਵੀ ਲਾਇਆ ਹੋਇਆ ਸੀ ਅਤੇ ਬੀਤੇ 1 ਸਾਲ ਤੋਂ ਪੰਜਾਬ ਦੇ ਵਰਕਰਾਂ ਨਾਲ ਉਹ ਨੇੜੇ ਰਹਿ ਕੇ ਕੰਮ ਵੀ ਕਰ ਰਹੇ ਸੀ। ਪਾਰਟੀ ਦਾ ਮੰਨਣਾ ਹੈ ਕਿ ਰਾਘਵ ਚੱਡਾ ਸੰਸਦ ਵਿੱਚ ਕਾਫੀ ਫਾਇਦੇਮੰਦ ਸਾਬਤ ਹੋ ਸਕਦੇ ਹੈ। ਤੁਹਾਨੂੰ ਯਾਦ ਹੋਣਾ ਹੈ ਕਿ ਸਾਰੀ ਦੀ ਸਾਰੀ ਚੋਣ ਪੰਜਾਬ ਦੀ ਰਾਘਵ ਚੱਡਾ ਨੇ ਸੰਭਾਲੀ ਹੋਈ ਸੀ। ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਵਿੱਚ ਜਾ ਕੇ ਸੈਂਡ ਮਾਫੀਆ ਨੂੰ ਨੰਗਿਆ ਕਰ ਦਿੱਤਾ ਸੀ। ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਕੋਈ ਜਵਾਬ ਨਹੀਂ ਸੀ ਆਇਆ। ਸਮੇਂ-ਸਮੇਂ ਤੇ ਬਹੁਤ ਹਮਲਾਵਰ ਰੁਖ ਅਖਤਿਆਰ ਕਰਕੇ ਰੱਖਿਆ। ਰਾਘਵ ਚੱਡਾ ਨੇ ਸੱਚਮੁੱਚ ਸਾਰੀ ਦੀ ਸਾਰੀ ਕੰਪੇਨ ਆਪਣੇ ਹੱਥ ਵਿੱਚ ਪੰਜਾਬ ਦੀ ਸੰਭਾਲੀ ਹੋਈ ਸੀ। ਜਿੰਨੀ ਵੀ ਰਣਨੀਤੀ ਪੰਜਾਬ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਤਿਆਰ ਕੀਤੀ, ਉਹ ਤਿਆਰ ਕੀਤੀ ਗਈ ਸੀ ਪ੍ਰੋਫੈਸਰ ਸੰਦੀਪ ਪਾਠਕ ਦੇ ਵੱਲੋਂ। ਇਹ ਆਖਿਆ ਜਾ ਸਕਦਾ ਹੈ ਕਿ ਪ੍ਰੋਫੈਸਰ ਪਾਠਕ ਪਰਦੇ ਦੇ ਪਿੱਛੇ ਰਹਿ ਕੇ ਆਮ ਆਦਮੀ ਪਾਰਟੀ ਦੀ ਪੰਜਾਬ ਵਾਸਤੇ ਰਣਨੀਤੀ ਤਿਆਰ ਕਰਦੇ ਰਹੇ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ 'ਚ ਕਈ ਹੋਰ ਨਾਵਾਂ ਤੇ ਵੀ ਗੰਭੀਰਤਾ ਨਾਲ ਵਿਚਾਰ ਹੋ ਰਿਹਾ ਹੈ। ਅੰਤਮ ਫੈਸਲਾ ਬੜੀ ਜਲਦ ਸਾਹਮਣੇ ਆ ਸਕਦਾ ਹੈ। ਪਰ ਦੂਸਰੇ ਪਾਸੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਜਗਮੋਹਨ ਕੰਗ। ਜਗਮੋਹਨ ਕੰਗ ਨੇ ਵੀ ਰਾਜ ਸਭਾ ਦੀ ਮੈਂਬਰੀ ਦੇ ਵਾਸਤੇ ਆਪਣਾ ਦਾਅਵਾ ਠੋਕ ਦਿੱਤਾ ਹੈ। ਉਹਨਾਂ ਨੇ ਆਖਿਆ ਕਿ ਰਾਜਨੀਤੀ ਵਿੱਚ ਉਹਨਾਂ ਦਾ ਲੰਬਾ ਸਿਆਸੀ ਤਜਰਬਾ ਹੈ, ਉਹ ਰਾਜ ਸਭਾ ਦੇ ਵਿੱਚ ਉਹਨਾਂ ਦੇ ਕੰਮ ਆਏਗਾ। ਪਰ ਉਹਨਾਂ ਨੇ ਨਾਲ ਇਹ ਵੀ ਆਖਿਆ ਕਿ ਆਖਰੀ ਫੈਸਲਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕਰਨਗੇ ਅਤੇ ਉਹਨਾਂ ਨੇ ਇਹ ਵੀ ਆਖਿਆ ਕਿ ਕੇਜਰੀਵਾਲ ਸਾਹਿਬ ਦੇ ਨਾਲ ਉਹ ਜਲਦ ਮੁਲਾਕਾਤ ਕਰ ਸਕਦੇ ਹੈ। ਦੱਸਣਾ ਬਣਦਾ ਕਿ ਜਗਮੋਹਨ ਸਿੰਘ ਦੀ ਟਿਕਟ ਕੱਟ ਦਿੱਤੀ ਗਈ ਸੀ। ਉਹ ਆਪਣੇ ਪੁੱਤਰ ਵਾਸਤੇ ਕਾਂਗਰਸ ਤੋਂ ਟਿਕਟ ਮੰਗਦੇ ਸੀ, ਟਿਕਟ ਦਿੱਤੀ ਨਹੀਂ ਸੀ ਗਈ। ਉਹਨਾਂ ਨੇ ਸਿਰਫ ਕਾਂਗਰਸ ਪਾਰਟੀ ਛੱਡੀ ਹੋਈ ਨਹੀਂ ਸੀ, ਸਗੋਂ ਚਰਨਜੀਤ ਸਿੰਘ ਚੰਨੀ ਉਸ ਵਕਤ ਮੁੱਖ ਮੰਤਰੀ ਨੂੰ ਉਹਨਾਂ ਨੇ ਐਲਾਨ ਕਰਕੇ ਆਖਿਆ ਸੀ, ਡੰਕੇ ਦੀ ਚੋਟ ਤੇ ਆਖਿਆ ਸੀ, ਭਾਵੇਂ ਕੁਝ ਵੀ ਹੋਵੇ ਚਮਕੌਰ ਸਾਹਿਬ ਤੋਂ ਤੈਨੂੰ ਮੈਂ ਜਿੱਤਣ ਨਹੀਂ ਦਿੰਦਾ। 5 ਰਾਜ ਸਭਾ ਸੀਟਾਂ ਵਾਸਤੇ ਪੰਜਾਬ ਦੇ ਵਿੱਚ ਸਥਾਨ ਖਾਲੀ ਹੋਣ ਜਾ ਰਿਹਾ ਹੈ। ਪੰਜਾਬ ਦੇ ਵਿੱਚ 92 ਹਲਕਿਆਂ ਤੋਂ ਜਿੱਤ ਦਰਜ ਕੀਤੀ ਹੈ ਆਮ ਆਦਮੀ ਪਾਰਟੀ ਨੇ। ਹੁਣ ਇਸ ਹਿਸਾਬ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਰਾਜ ਸਭਾ ਦੇ ਮੈਂਬਰਾਂ ਵਜੋਂ ਜਿੱਤ ਕਰਨ ਦੀਆਂ ਵਧੇਰੇ ਉਮੀਦਾਂ ਨੇ ਵੇਖਦੇ ਆ ਕਿ 21 ਤਰੀਕ ਨੂੰ ਕੌਣ ਨਾਮਜ਼ਦਗੀ ਆਮ ਆਦਮੀ ਪਾਰਟੀ ਵੱਲੋਂ ਭਰਦਾ ਹੈ। ਪਰ ਇਹ ਆਮ ਆਦਮੀ ਪਾਰਟੀ ਦਾ ਪਹਿਲਾ ਇਮਤਿਹਾਨ ਵੀ ਹੋਵੇਗਾ। ਤੇ ਅਗਲੀ ਜਿਹੜੀ ਖਬਰ ਹੈ ਉਹ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਨਾਲ ਸੰਬੰਧਿਤ ਹੈ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਨ ਸੰਦੀਪ ਨੰਗਲ ਅੰਬੀਆਂ। ਬੀਤੀ 14 ਤਰੀਕ ਨੂੰ ਉਹਨਾਂ ਦਾ ਕਤਲ ਹੋ ਗਿਆ ਸੀ ਅਤੇ ਅੱਜ ਨਕੋਦਰ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਦਾ ਪੋਸਟਮਾਰਟਮ ਸਵੇਰ ਵਕਤ ਕੀਤਾ ਜਾਣਾ ਹੈ, ਜਿਸ ਤੋਂ ਬਾਅਦ ਖਬਰ ਹੈ ਕਿ ਉਹਨਾਂ ਦਾ ਸੰਸਕਾਰ ਨੰਗਲ ਅੰਬੀਆਂ ਪਿੰਡ ਦੇ ਵਿੱਚ ਅੰਬੀਆਂ ਦੀ ਕਬੱਡੀ ਗਰਾਊਂਡ ਦੇ ਵਿੱਚ ਕੀਤਾ ਜਾਏਗਾ। ਸੰਦੀਪ ਦੇ ਪਰਿਵਾਰ ਨੇ ਕਤਲ ਕੇਸ ਦੀ ਜਿਹੜੀ ਇਸ ਵਕਤ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਹ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ, ਸੰਤੁਸ਼ਟੀ ਪ੍ਰਗਟਾਈ ਹੈ। ਇਸੇ ਦੌਰਾਨ ਪੰਜਾਬ ਸਰਕਾਰ ਤੋਂ ਪਰਿਵਾਰ ਨੇ ਮੰਗ ਕੀਤੀ ਹੈ ਕਿ ਸੰਦੀਪ ਦੇ ਕਤਲ ਕੇਸ ਦੀ ਜਾਂਚ ਪੂਰੀ ਹੋਣ ਤੱਕ, ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਕਿਸੇ ਵੀ ਅਧਿਕਾਰੀ ਦਾ ਤਬਾਦਲਾ ਨਾ ਕੀਤਾ ਜਾਵੇ, ਬਦਲੀ ਨਾ ਕੀਤੀ ਜਾਵੇ। ਤੁਹਾਨੂੰ ਯਾਦ ਹੋਣਾ ਹੈ ਕਿ ਸੰਦੀਪ ਨੰਗਲ ਅੰਬੀਆਂ ਦਾ ਨਕੋਦਰ ਨੇੜਲੇ ਪਿੰਡ ਮੱਲੀਆਂ ਖੁਰਦ ਵਿੱਚ ਬੀਤੇ ਦਿਨੀ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਸੀ। ਇਹਦੇ ਤੋਂ ਬਾਅਦ ਪਰਿਵਾਰ ਨੇ, ਇਹਦੇ ਤੋਂ ਬਾਅਦ ਕਬੱਡੀ ਖਿਡਾਰੀਆਂ ਨੇ ਤੇ ਉਹਦੇ ਸਮਰਥਕਾਂ ਨੇ ਕਾਰਵਾਈ ਨਾ ਕਰਨ ਦੇ ਰੋਸ ਦੇ ਵਜੋਂ ਸੰਦੀਪ ਦਾ ਪੋਸਟਮਾਰਟਮ ਅਤੇ ਅੰਤਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ ਤੇ ਇਹ ਕਤਲकांड ਉਹਨਾਂ ਦੇ ਗਲੇ ਦੀ ਹੱਡੀ ਵੀ ਬਣਿਆ ਹੋਇਆ ਤੇ ਇਸ ਮਾਮਲੇ ਵਿੱਚ ਪੁਲਿਸ ਨੇ ਬੀਤੇ ਦਿਨੀ ਇੱਕ ਵੱਡੀ ਕਾਰਵਾਈ ਕਰਦਿਆਂ ਸੰਗਰੂਰ ਜੇਲ੍ਹ 'ਚ ਬੰਦ ਗੈਂਗਸਟਰ ਫਤਿਹ ਨੂੰ ਨਕੋਦਰ ਅਦਾਲਤ ਵਿੱਚ ਪੇਸ਼ ਕੀਤਾ ਸੀ ਅਤੇ ਫਤਿਹ ਦਾ 5 ਦਿਨ ਦਾ ਰਿਮਾਂਡ ਹਾਸਲ ਕਰਕੇ ਐਸਐਸਪੀ ਸਤਿੰਦਰ ਸਿੰਘ ਉਹਨਾਂ ਨੇ ਖੁਦ 4 ਘੰਟੇ ਤੱਕ ਪੁੱਛ ਪੜਤਾਲ ਕੀਤੀ ਸੀ।
ਇਹ ਵੀ ਪਤਾ ਲੱਗਿਆ ਕਿ ਪੁਲਿਸ ਨੇ ਸੰਗਰੂਰ ਜੇਲ੍ਹ ਵਿੱਚੋਂ ਗੈਂਗਸਟਰ ਅਮਿਤ ਡਾਗਰ, ਤਿਹਾੜ ਜੇਲ੍ਹ ਚੋਂ ਕੌਸ਼ਲ ਚੌਧਰੀ ਅਤੇ ਹੁਸ਼ਿਆਰਪੁਰ ਜੇਲ੍ਹ ਚੋਂ ਜੁਝਾਰ ਉਰਫ ਸਨੀ ਨੂੰ ਨਕੋਦਰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਲਿਆ ਅਤੇ ਨਾਲ ਪੁਲਿਸ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਨੂੰ ਇਸ ਕਤਲकांड ਦੇ ਅਹਿਮ ਸੁਰਾਗ, ਅਹਿਮ ਸਬੂਤ ਹੱਥ ਲੱਗ ਗਏ ਨੇ ਅਤੇ ਬੜੀ ਜਲਦ ਇਸ ਕਤਲकांड ਨੂੰ ਉਹ ਸੁਲਝਾ ਲੈ ਜਾਣ ਦਾ ਦਾਅਵਾ ਵੀ ਕਰਦੇ ਆ। ਪਰ ਅੱਜ ਸੰਦੀਪ ਦਾ ਅੰਤਮ ਸੰਸਕਾਰ ਕਰ ਦਿੱਤਾ ਜਾਏਗਾ। ਸੋ ਇਹ ਸੀ ਦੋਸਤੋ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।